ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਖੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਜਦ ਚਰਬੀ ਢਲੇ ਸ਼ਹੀਦਾਂ ਦੀ ਰੂਹਾਂ ਵਿੱਚ ਚਾਨਣ ਹੋ ਜਾਵੇ, ਜਦ ਉਸਰਨ ਕੰਧਾਂ ਸਿਰ ਉੱਤੇ ਸੁੱਤੀ ਹੋਈ ਕੌਮ ਖਲੋ ਜਾਵੇ, ਜਦ ਉਸਰਨ ਕੰਧਾਂ ਸਿਰ ਉੱਤੇ ਸੁੱਤੀ ਹੋਈ ਕੌਮ ਖਲੋ ਜਾਵੇ। 5 ਅਤੇ 6 ਜੂਨ ਦੀ ਦਰਮਿਆਨੀ ਰਾਤ ਦੇ ਦੌਰਾਨ ਲਗਾਤਾਰ ਚਾਰੇ ਪਾਸਿਓਂ ਗੋਲੀਆਂ ਦੀ ਬੁਛਾੜ ਦੇ ਨਾਲ ਅਸਮਾਨ ਤੱਕ ਦਹਿਲ ਰਿਹਾ ਸੀ। ਰਾਤ ਦੇ ਘੁੱਪ ਹਨੇਰੇ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ, ਤੋਪਾਂ ਤੇ ਜੰਗੀ ਟੈਂਕ ਦੇ ਗੋਲਿਆਂ ਦੀ ਗੜਗੜਾਹਟ ਬਰਸਦੀ ਰਹੀ। ਇਸ ਕਾਲੀ ਰਾਤ ਤੋਂ ਲੈ ਕੇ ਕਾਲੀ ਸਵੇਰ ਤੱਕ ਦੇ ਸਫ਼ਰ ਦੇ ਵਿੱਚ ਹਜ਼ਾਰਾਂ ਬੇਕਸੂਰ ਸਿੱਖ ਸੰਗਤਾਂ ਨੇ ਸ਼ਹਾਦਤ ਦਾ ਜਾਮ ਪੀਤਾ। ਭਾਰਤੀ ਫੌਜ ਦੇ ਜਵਾਨਾਂ ਦਾ ਨਿਰਦਈ ਕਹਿਰ ਅਜਿਹਾ ਸੀ ਕਿ ਬੱਚੇ, ਬਜ਼ੁਰਗ, ਬੀਬੀਆਂ ਕਿਸੇ ਦਾ ਲਿਹਾਜ਼ ਕਰਨਾ ਤਾਂ ਦੂਰ ਦੀ ਗੱਲ ਹੈ, ਫੌਜੀ ਤੜਫਦੇ ਹੋਏ ਡਿੱਗੇ ਪਏ ਲੋਕਾਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਅੱਗੇ ਲੰਘਦੇ ਸਨ। ਸਿੱਖ ਕੌਮ ਤੇ ਢਾਏ ਗਏ ਇਹ ਜ਼ੁਲਮ ਸਿੱਖ ਇਤਿਹਾਸ ਦੇ ਵਿੱਚ ਕਾਲੇ ਪੰਨੇ ਵਾਂਗ ਸਦਾ ਹੀ ਯਾਦ ਰਹਿਣਗੇ। ਫੌਜੀ ਜਨਰਲ ਲੈਫਟੀਨੈਂਟ ਕੇਐਸ ਬਰਾੜ ਦੇ ਮੁਤਾਬਕ ਸਵੇਰ ਕਰੀਬ 2 ਵਜੇ ਤੱਕ ਫੌਜ ਦੁਆਰਾ ਉੱਤਰੀ ਘੰਟਾ ਘਰ ਤੇ ਕਬਜ਼ਾ ਕਰ ਲਿਆ ਗਿਆ ਸੀ, ਪਰ ਹਜੇ ਵੀ ਪਰਿਕਰਮਾ ਵਾਲੇ ਕਮਰਿਆਂ ਵਿੱਚੋਂ ਖਾੜਕੂ ਸਿੰਘਾਂ ਦੀਆਂ ਗੋਲੀਆਂ ਦੇ ਨਾਲ ਫੌਜੀਆਂ ਦੀ ਮੌਤ ਹੋ ਰਹੀ ਸੀ। ਸਵੇਰ ਕਰੀਬ 3 ਵਜੇ ਫੌਜੀ ਜਰਨੈਲਾਂ ਦੁਆਰਾ ਆਦੇਸ਼ ਦਿੱਤੇ ਜਾਂਦੇ ਨੇ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਬੋਲ ਦਿੱਤਾ ਜਾਵੇ। ਅਕਾਲ ਤਖਤ ਸਾਹਿਬ ਦੇ ਵੱਲ ਸਰਚ ਲਾਈਟ ਸੁੱਟੀ ਗਈ ਅਤੇ ਨਾਲ ਹੀ ਲਗਾਤਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਹੁਣ ਜੰਗੀ ਟੈਂਕ ਸਿੱਖਾਂ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਅੰਨ੍ਹੇਵਾਹ ਗੋਲੀਆਂ ਵਰਾ ਰਹੇ ਸਨ। ਇਸ ਗੋਲੀਬਾਰੀ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਲਗਭਗ ਤੀਜਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਭਾਰਤ ਦੀ ਆਜ਼ਾਦੀ ਦੇ ਵਿੱਚ 93% ਹਿੱਸਾ ਪਾਉਣ ਵਾਲੀ ਸਿੱਖ ਕੌਮ ਨੂੰ ਤਾਂ 1948 ਦੇ ਵਿੱਚ ਹੀ ਵੱਲਭ ਭਾਈ ਪਟੇਲ ਨੇ ਜਰਾਇਮ ਪੇਸ਼ਾ ਕਰਾਰ ਕਰ ਦਿੱਤਾ ਸੀ, ਪਰ ਅੱਜ ਫਿਰ ਕੁਰਸੀ ਤੇ ਕਾਬਜ ਹੁਕੂਮਤ ਨੇ ਸਾਬਿਤ ਕਰ ਦਿੱਤਾ ਕਿ ਸਿੱਖਾਂ ਲਈ ਅਜੇ ਵੀ ਦੇਸ਼ ਆਜ਼ਾਦ ਨਹੀਂ ਹੈ। ਫੌਜ ਵੱਲੋਂ ਦਰਬਾਰ ਸਾਹਿਬ ਤੇ ਵੀ ਹਮਲੇ ਕੀਤੇ ਜਾ ਰਹੇ ਸਨ। ਦਿਨ ਚੜ੍ਹਦੇ ਤੱਕ ਦਰਬਾਰ ਸਾਹਿਬ ਕੰਪਲੈਕਸ ਤੇ ਸਾਰੇ ਪਾਸਿਆਂ ਤੇ ਭਾਰਤੀ ਫੌਜ ਦੁਆਰਾ ਕਬਜ਼ਾ ਕਰ ਲਿਆ ਗਿਆ ਸੀ। ਇੱਥੇ ਇਹ ਦੱਸਦੇ ਕਿ 5 ਜੂਨ ਤੋਂ ਲੈ ਕੇ 7 ਜੂਨ ਦੀ ਸਵੇਰ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਦਰਬਾਰ ਸਾਹਿਬ ਦੇ ਅੰਦਰ ਹੀ ਕੀਤਾ ਜਾ ਰਿਹਾ ਸੀ। ਇਸ ਘਮਸਾਨ ਦੇ ਯੁੱਧ ਦੇ ਦੌਰਾਨ ਵੀ ਗੁਰੂ ਘਰ ਦੇ ਸੇਵਾਦਾਰਾਂ ਦੁਆਰਾ ਆਪਣੀ ਸੇਵਾ ਤਨ ਅਤੇ ਮਨ ਨਾਲ ਨਿਭਾਈ ਜਾ ਰਹੀ ਸੀ। ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ, ਭਾਈ ਬਲਵੰਤ ਸਿੰਘ, ਭਾਈ ਅਵਤਾਰ ਸਿੰਘ ਤੇ ਭਾਈ ਗੁਰਚਰਨ ਸਿੰਘ ਦੇ ਸਮੇਤ 6 ਜੂਨ ਦੀ ਵੱਡੀ ਝੜਪ ਤੋਂ ਬਾਅਦ ਫਾਇਰਿੰਗ ਘੱਟ ਹੋਣ ਤੋਂ ਬਾਅਦ ਦਰਸ਼ਨੀ ਡਿਉੜੀ ਤੋਂ ਬਾਹਰ ਨਿਕਲੇ ਤਾਂ ਭਾਈ ਗੁਰਚਰਨ ਸਿੰਘ ਤੋਂ ਬਿਨਾਂ ਬਾਕੀ ਦੇ ਤਿੰਨੋਂ ਸਿੰਘਾਂ ਨੂੰ ਲਾਚੀ ਪੀਰੇ ਦੇ ਕੋਲ ਫੌਜੀਆਂ ਨੇ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤਾ। ਭਾਈ ਗੁਰਚਰਨ ਸਿੰਘ ਨੂੰ ਗੋਲੀ ਨਾ ਲੱਗੀ, ਬਾਅਦ ਦੇ ਵਿੱਚ ਉਹਨਾਂ ਨੂੰ ਦੂਜੇ ਜ਼ਖਮੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜਿਸ ਜਰਨੈਲ ਦੀ ਅਗਵਾਈ ਦੇ ਵਿੱਚ ਸੈਂਕੜੇ ਸਿੰਘਾਂ ਦੇ ਵਿੱਚੋਂ ਕੱਲੇ-ਕੱਲੇ ਨੇ ਹਜ਼ਾਰਾਂ ਫੌਜੀ ਨੂੰ ਭਾਜਣਾ ਪਾ ਦਿੱਤੀਆਂ ਸਨ। ਹੁਣ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਸ਼ਹੀਦੀ ਦਾ ਸਮਾਂ ਆ ਗਿਆ ਸੀ। ਸਵੇਰ ਕਰੀਬ 10 ਵਜੇ ਦਾ ਸਮਾਂ ਦੱਸਿਆ ਜਾਂਦਾ ਹੈ ਜਦ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਬਚੇ ਹੋਏ 30 ਸਿੰਘਾਂ ਦੇ ਨਾਲ ਆਪਣੇ ਤਹਿਖਾਨੇ ਵਿੱਚੋਂ ਬਾਹਰ ਨਿਕਲਦੇ ਨੇ। ਇਸ ਸਮੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਵੀ ਉਹਨਾਂ ਦੇ ਨਾਲ ਸਨ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤਹਿਖਾਨੇ ਦੀਆਂ ਪੌੜੀਆਂ ਚੜ੍ਹਨ ਲੱਗੇ। ਪੌੜੀਆਂ ਬਹੁਤ ਛੋਟੀਆਂ ਸਨ, ਸੋ ਇੱਕ ਬੰਦਾ ਹੀ ਇੱਕ ਸਮੇਂ ਤੇ ਤੁਰ ਸਕਦਾ ਸੀ। ਇਸ ਕਰਕੇ ਬਾਕੀ ਸਾਰੇ ਸਿੰਘ ਸੰਤ ਜੀ ਦੇ ਪਿੱਛੇ-ਪਿੱਛੇ ਤੁਰਨ ਲੱਗੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੇਠਾਂ ਉਤਰ ਕੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਤੇਜ਼ੀ ਦੇ ਨਾਲ ਦਰਸ਼ਨੀ ਡਿਉੜੀ ਦੇ ਵੱਲ ਕਦਮ ਵਧਾਏ। ਦਰਬਾਰ ਸਾਹਿਬ ਦੇ ਵੱਲ ਸਿਰ ਨੀਵਾਂ ਕਰਕੇ ਮੱਥਾ ਟੇਕਿਆ ਅਤੇ ਨਿਸ਼ਾਨ ਸਾਹਿਬ ਦੇ ਵੱਲ ਮੁੜ ਪਏ। ਫੌਜੀਆਂ ਨੇ ਉਸੇ ਸਮੇਂ ਸਾਰੇ ਸਿੰਘਾਂ ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਈ ਅਮਰੀਕ ਸਿੰਘ ਨੂੰ ਪੌੜੀਆਂ ਤੋਂ ਉਤਰਦਿਆਂ ਹੀ ਇੱਕ ਗੋਲੀ ਲੱਗੀ ਤੇ ਉਹ ਜ਼ਖਮੀ ਹਾਲਤ ਦੇ ਵਿੱਚ ਨਿਸ਼ਾਨ ਸਾਹਿਬ ਤੋਂ ਅੱਗੇ ਬਰਾਂਡੇ ਦੇ ਵਿੱਚ ਇੱਕ ਕੋਲੇ ਦੇ ਨਾਲ ਬੈਠ ਗਏ। ਇਸ ਸਮੇਂ ਭਾਈ ਅਮਰੀਕ ਸਿੰਘ ਸਮੇਤ ਕਈ ਹੋਰਨਾਂ ਸਿੰਘ ਭਾਰਤੀ ਫੌਜ ਦੇ ਨਾਲ ਇਸ ਸਿੱਧੀ ਟੱਕਰ ਦੇ ਵਿੱਚ ਸ਼ਹੀਦ ਹੋ ਗਏ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਬਾਹਰ ਆ ਕੇ ਅਕਾਲ ਤਖਤ ਸਾਹਿਬ ਦੇ ਵੱਲ ਵੱਧ ਰਹੇ ਫੌਜੀਆਂ ਦਾ ਆਪਣੀ AK-47 ਦੇ ਨਾਲ ਸਿੱਧਾ ਮੁਕਾਬਲਾ ਕੀਤਾ। ਫੌਜ ਵੱਲੋਂ ਚਲਾਈ ਗਈ ਗ੍ਰਨੇਡ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਆ ਕੇ ਵੱਜੀ। ਇਸ ਤਰ੍ਹਾਂ ਆਖਰੀ ਸਾਹ ਤੱਕ ਕੌਮ ਦੇ ਨਾਮ ਸਦਾ ਅਜਿੱਤ ਰਹਿਣ ਦਾ ਸੰਦੇਸ਼ ਦਿੰਦੇ ਹੋਏ ਮਹਾਨ ਯੋਧੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਸ਼ਹਾਦਤ ਦਾ ਜਾਮ ਪੀ ਗਏ। 6 ਜੂਨ ਦਾ ਸਾਰਾ ਦਿਨ ਚਾਰੇ ਪਾਸੇ ਭਾਰਤੀ ਫੌਜ ਦੇ ਤਸ਼ੱਦਦ ਦੀਆਂ ਕਹਾਣੀਆਂ ਗੁਜ਼ਰ ਰਹੀਆਂ ਸਨ। ਚਸ਼ਮਦੀਦ ਬਿਆਨ ਕਰਦੇ ਨੇ ਕਿ ਫੌਜ ਜਿਸ ਵੀ ਕਮਰੇ ਦੇ ਅੰਦਰ ਵੜਦੀ ਗੋਲੀਆਂ ਦਾ ਮੀਂਹ ਵਰਾ ਦਿੱਤਾ ਜਾਂਦਾ। ਜੋ ਲੋਕ ਬਚ ਜਾਂਦੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਬਾਹਰ ਲਿਆਂਦਾ ਗਿਆ। ਪਰ ਫੌਜ ਦਾ ਕਰੂਰ ਵਤੀਰਾ ਇਸ ਤਰ੍ਹਾਂ ਦਾ ਸੀ ਕਿ ਮਾਨੋ ਇਨਸਾਨੀਅਤ ਨਾਮ ਦੀ ਕਿਸੇ ਚੀਜ਼ ਬਾਰੇ ਕਦੇ ਉਹਨਾਂ ਨੇ ਸੁਣਿਆ ਹੀ ਨਾ ਹੋਵੇ। ਦੁਪਹਿਰ 2 ਵਜੇ ਤੱਕ ਤੇਜ਼ ਗੋਲੀਬਾਰੀ ਹੁੰਦੀ ਰਹੀ ਅਤੇ ਫਿਰ ਕੁਝ ਘਟ ਗਈ। ਸ਼ਾਮ ਦੇ 4 ਵਜੇ ਫੌਜੀਆਂ ਵੱਲੋਂ ਮੈਗਾਫੋਨ ਤੇ ਕੰਪਲੈਕਸ ਦੇ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਅੱਧੇ ਘੰਟੇ ਦੇ ਵਿੱਚ ਬਾਹਰ ਆਉਣ ਲਈ ਅਨਾਉਂਸਮੈਂਟ ਕੀਤੀ ਜਾ ਰਹੀ ਸੀ। ਦਰਬਾਰ ਸਾਹਿਬ ਦੇ ਅੰਦਰੋਂ ਹਜ਼ਾਰਾਂ ਸਿੱਖ ਸੰਗਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਹੋਏ ਲੋਕਾਂ ਵਿੱਚੋਂ ਕਈ ਨੌਜਵਾਨਾਂ ਨੂੰ ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਜ਼ਖਮੀ ਲੋਕਾਂ ਨੂੰ ਬੱਸਾਂ ਦੇ ਵਿੱਚ ਤੋੜ ਕੇ ਹਸਪਤਾਲਾਂ ਵਿੱਚ, ਗ੍ਰਿਫਤਾਰ ਕੀਤੇ ਹੋਏ ਲੋਕਾਂ ਨੂੰ ਛਾਉਣੀਆਂ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਅਤੇ ਛੋਟੇ-ਛੋਟੇ ਕਮਰਿਆਂ ਦੇ ਵਿੱਚ ਮਰਨ ਲਈ ਛੱਡ ਦਿੱਤਾ ਗਿਆ। ਇਸ ਖੂਨੀ ਸਾਕੇ ਤੋਂ ਬਾਅਦ ਸਾਰਾ ਦਿਨ ਲਾਸ਼ਾਂ ਢੋਣ ਦਾ ਕੰਮ ਚੱਲਦਾ ਰਿਹਾ। ਕਈ ਹਜ਼ਾਰਾਂ ਫੌਜੀ ਦੀਆਂ ਲਾਸ਼ਾਂ ਫੌਜੀ ਟਰੱਕਾਂ ਦੇ ਵਿੱਚ ਲੱਦ ਕੇ ਬਾਹਰ ਲਿਆਂਦੀਆਂ ਗਈਆਂ।
ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਕੀਤੀ ਗਈ ਸੰਗਤ ਦੀਆਂ ਗਲੀਆਂ ਸੜੀਆਂ ਲਾਸ਼ਾਂ ਨੂੰ ਕੂੜੇ ਢੋਣ ਵਾਲੇ ਗੱਡੀਆਂ ਦੇ ਵਿੱਚ ਲੱਦ ਕੇ ਬਾਹਰ ਲਿਆਂਦਾ ਗਿਆ। ਸਿੰਘਾਂ ਦੀਆਂ ਲਾਸ਼ਾਂ ਟਰੱਕਾਂ ਦੇ ਵਿੱਚ ਇਉਂ ਭਰੀਆਂ ਹੋਈਆਂ ਸਨ ਜਿਵੇਂ ਕਿਸੇ ਧੋਬੀ ਨੇ ਕੱਪੜੇ ਧੋ ਕੇ ਢੇਰ ਲਗਾ ਦਿੱਤਾ ਹੋਵੇ। ਅਕਾਲ ਤਖਤ ਸਾਹਿਬ ਦੇ ਬਲ ਬੜਾ ਸੰਘਣਾ ਧੂੰਆਂ ਬਾਹਰ ਨਿਕਲ ਰਿਹਾ ਸੀ। ਸਰਬਜੀਤ ਸਿੰਘ ਘੁਮਾਣ ਦੀ ਕਿਤਾਬ 1984 ਹਿੰਦੁਸਤਾਨੀ ਕਹਿਰ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਦੱਖਣ ਵਾਲੀ ਡਿਓੜੀ ਪਾਸ ਜਾ ਕੇ ਮੇਰੇ ਸਿਰ ਦੀ ਛੋਟੀ ਦਸਤਾਰ ਦੇ ਨਾਲ ਮੇਰੇ ਹੱਥ ਪਿੱਛੇ ਬੰਨ੍ਹ ਦਿੱਤੇ ਗਏ। ਉੱਥੇ ਕੋਈ 200 ਸਿੰਘ ਬੀਬੀਆਂ ਤੇ ਬੱਚੇ ਇਕੱਠੇ ਕੀਤੇ ਹੋਏ ਸਨ। ਗ੍ਰਿਫਤਾਰੀ ਦੇਣ ਸਮੇਂ ਹੇਠਾਂ ਸ਼ਬੀਲ ਦੇ ਕੋਲ ਕੋਈ 20 ਕੁ ਦਿਨਾਂ ਦੇ ਬੱਚੇ ਦੀ ਲਾਸ਼ ਪਈ ਹੋਈ ਸੀ। ਲਾਸ਼ਾਂ ਸਾਹਮਣੇ ਪਰਿਕਰਮਾ ਵਿੱਚ ਪਈਆਂ ਸਨ। ਕਈ ਲਾਸ਼ਾਂ ਕਮਰਿਆਂ ਦੇ ਵਿੱਚ ਦਿਸਦੀਆਂ ਸਨ ਅਤੇ ਕੋਈ 5-6 ਲਾਸ਼ਾਂ ਬਰਾਂਡੇ ਦੇ ਵਿੱਚ ਪਈਆਂ ਦਿਸ ਰਹੀਆਂ ਸਨ। ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨੀ ਡਿਓੜੀ ਨੂੰ ਅੱਗ ਲੱਗੀ ਹੋਈ ਸੀ ਅਤੇ ਦੋਵੇਂ ਬਿਲਡਿੰਗਾਂ ਸੜ ਰਹੀਆਂ ਸਨ। ਬ੍ਰਹਮ ਬੂਟੇ ਵਾਲੀ ਸ਼ਬੀਲ ਦੇ ਨਾਲ ਦਾ ਕਮਰਾ ਦਗ-ਦਗ ਸੜ ਰਿਹਾ ਸੀ। ਇਸ ਨੂੰ ਟੈਂਕ ਦੇ ਗੋਲੇ ਨਾਲ ਅੱਗ ਲੱਗੀ ਸੀ। ਇਸ ਤੋਂ ਅੱਗੇ ਜਨਾਨਾ ਤੇ ਮਰਦਾਨਾ ਦੋਵੇਂ ਇਸ਼ਨਾਨ ਘਰ ਲਾਸ਼ਾਂ ਦੇ ਨਾਲ ਭਰੇ ਪਏ ਸਨ। ਸਰਕਾਰੀ ਅੰਕੜੇ ਤਾਂ ਦੋਨੇ ਪਾਸੇ ਹੋਈ ਜਾਨੀ ਨੁਕਸਾਨ ਬਾਰੇ ਗਲਤ ਬਿਆਨੀ ਕਰਦੇ ਨੇ, ਪਰ ਗੈਰ ਸਰਕਾਰੀ ਰਿਪੋਰਟਾਂ ਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਅਨੁਸਾਰ 10,000 ਦੇ ਕਰੀਬ ਫੌਜੀ ਅਤੇ 5,000 ਦੇ ਕਰੀਬ ਸਿੱਖ ਸੰਗਤਾਂ ਇਸ ਖੂਨੀ ਸਾਕੇ ਦੀ ਭੇਂਟ ਚੜ੍ਹ ਗਈਆਂ ਸਨ। ਇਹ ਵੀ ਸਿੱਖ ਕੌਮ ਅਤੇ ਪੰਜਾਬ ਦੀ ਇੱਕ ਤਰਾਸਦੀ ਹੈ ਕਿ ਅੱਜ ਤੱਕ ਵੀ ਸਿੱਖਾਂ ਦੀ ਕਿਸੇ ਨਾਮਵਰ ਸੰਸਥਾ ਨੇ ਤੀਜੇ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਸੰਗਤਾਂ ਦਾ ਰਿਕਾਰਡ ਤੱਕ ਦੁਨੀਆ ਦੇ ਸਾਹਮਣੇ ਪੇਸ਼ ਨਹੀਂ ਕੀਤਾ ਹੈ। ਦਰਬਾਰ ਸਾਹਿਬ ਕੰਪਲੈਕਸ ਦੇ ਸਥਾਨ ਤੇ ਪੂਰੇ ਦੇਸ਼ ਦੀ ਮਿਲਟਰੀ ਹੁਣ ਚੜ੍ਹ ਆਈ ਸੀ। ਫੌਜ ਨੇ ਇੱਥੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਨਾਲੋਂ ਵੀ ਵੱਧ ਅਸਲਾ ਵਰਤਿਆ ਅਤੇ ਆਪਣੇ ਵਧੇਰੇ ਫੌਜੀ ਮਰਵਾਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹਾਦਤ 6 ਜੂਨ ਨੂੰ ਹੋ ਜਾਂਦੀ ਹੈ, ਪਰ 7 ਜੂਨ ਦੀ ਸਵੇਰ ਤੱਕ ਫੌਜ ਨੂੰ ਇਸ ਗੱਲ ਦੀ ਪੁਖਤਾ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਹਮਲੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਵਿੱਚੋਂ ਸੰਤ ਭਿੰਡਰਾਂਵਾਲੇ ਕੌਣ ਨੇ। ਅਜੇ ਵੀ ਕੁਝ ਸਿੰਘ ਦਰਬਾਰ ਸਾਹਿਬ ਦੇ ਅੰਦਰ ਬਚੇ ਹੋਏ ਸਨ, ਜਿਨ੍ਹਾਂ ਦੁਆਰਾ ਬਾਅਦ ਦੇ ਵਿੱਚ ਗੋਲੀਬਾਰੀ ਵੀ ਕੀਤੀ ਜਾਂਦੀ ਹੈ। 6 ਜੂਨ ਦੇ ਇਸ ਕਾਲੇ ਦਿਨ ਤੋਂ ਬਾਅਦ ਵੀ ਭਾਰਤੀ ਫੌਜ ਦਾ ਕਹਿਰ ਥੰਮਿਆ ਨਹੀਂ ਸੀ। ਫੌਜ ਸਿੱਖ ਸੰਗਤਾਂ ਤੇ ਅਸਹਿ ਜ਼ੁਲਮ ਢਾ ਰਹੀ ਸੀ। ਜ਼ਖਮੀ ਹਾਲਤ ਦੇ ਵਿੱਚ ਲੋਕਾਂ ਨੂੰ ਕਿੰਨੇ ਹੀ ਘੰਟੇ ਇਸੇ ਤਰ੍ਹਾਂ ਦਰਦ ਦੇ ਵਿੱਚ ਹੱਥ ਬੰਨ੍ਹ ਕੇ ਬਿਠਾਇਆ ਗਿਆ। ਫੌਜ ਦਾ ਜਿਵੇਂ ਚਿੱਤ ਕਰਦਾ ਸੰਗਤ ਵਿੱਚੋਂ ਵੱਖ ਕਰਕੇ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ। ਇਸ ਜ਼ੁਲਮਾਨਾ ਕਹਿਰ ਦੀ ਕਲਪਨਾ ਵੀ ਦਿਲ ਕੰਬਾਊ ਹੈ। ਪਰ ਜਦ 1984 ਤੀਜੇ ਘੱਲੂਘਾਰੇ ਦੇ ਚਸ਼ਮਦੀਦਾਂ ਦੀ ਵਿਥਿਆ ਸੁਣਦੇ ਹਾਂ ਤਾਂ ਭਾਰਤੀ ਹੁਕੂਮਤ ਦੁਆਰਾ ਆਪਣੇ ਹੀ ਨਾਗਰਿਕਾਂ ਤੇ ਕੀਤਾ ਗਿਆ ਤਸ਼ੱਦਦ ਦੁਨੀਆ ਦੇ ਇਤਿਹਾਸ ਦੇ ਵਿੱਚ ਮਨੁੱਖਤਾ ਦਾ ਘਾਣ ਨਜ਼ਰ ਆਉਂਦਾ ਹੈ। ਇਹ ਸੀ ਅੱਜ ਭਾਵ ਕਿ 6 ਜੂਨ 1984 ਦੇ ਦਿਨ ਦਾ ਇਤਿਹਾਸ। 6 ਜੂਨ ਦਾ ਦਿਨ ਖਤਮ ਹੋ ਜਾਂਦਾ ਹੈ, ਪਰ ਤੀਜੇ ਘੱਲੂਘਾਰੇ ਦਾ ਸੰਤਾਪ ਖਤਮ ਨਹੀਂ ਹੁੰਦਾ। ਇਸ ਤਰ੍ਹਾਂ 7 ਅਤੇ 8 ਜੂਨ ਦੇ ਇਤਿਹਾਸ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਜਾਣਕਾਰੀ ਦੇ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।